उन्होंने रोक के भी 2-4 दिन ठहर जाओ, मशीनां ਹਨ ਆਪਾਂ ਮਸ਼ੀਨਾਂ ਮੰਗਾ ਲਾਂਗੇ ਤੇ ਮਸ਼ੀਨਾਂ ਮੰਗਾ ਕੇ ਇਹ ਆਪਾਂ ਪਰਾਲੀ ਨੂੰ ਜਿਹੜਾ ਮਿੱਟੀ ਦੇ ਵਿੱਚ ਮਿਲਾ ਦਾਂਗੇ, ਆਪਣੀ ਮਿੱਟੀ ਵੀ ਤਾਕਤਵਰ ਹੋਊਗੀ ਔਰ ਵਾਤਾਵਰਣ ਵੀ ਜਿਹੜਾ ਉਹ ਦੂਸ਼ਿਤ ਨਹੀਂ ਹੋਊਗਾ। ਸਾਨੂੰ ਚੰਗੇ ਸੰਦ ਮੁਹੱਈਆ ਕਰਾ ਰਹੇ ਹਨ ਤਾਂ ਜੋ ਸਾਡਾ ਖਰਚਾ ਬਚ ਸਕੇ, ਅਸੀਂ ਕਿ ਇਹਨਾਂ ਸੁਪਰ ਸੀਟਰਾਂ ਨਾਲ ਸਿੱਧੀ ਬਿਜਾਈ ਕਰ ਸਕੀਏ, ਪਰਾਲੀ ਦਾ ਖਾਤਮਾ ਕਰ ਸਕੀਏ। ਕਿਸਾਨਾਂ ਦੀਆਂ ਸਮੱਸਿਆਵਾਂ ਬਹੁਤ ਨੇ, ਬੜੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਇਹਨਾਂ ਦਾ ਖਾਸ ਧਿਆਨ ਦਿੱਤਾ ਜਾ ਰਿਹਾ ਵੀ ਤਾਂ ਕਿ ਕਿਸਾਨ ਆ ਜਿਹੜਾ ਉਹ ਸੁਖੀ ਰਹਿ ਸਕੇ। ਪਿਛਲੇ ਕੁਝ ਸਮਿਆਂ ਤੋਂ ਕਿਸਾਨਾਂ ਵੱਲੋਂ ਪਰਾਲੀਆਂ ਨੂੰ ਅੱਗ ਲਾਈ ਜਾਂਦੀ ਹੈ, ਜਿਸ ਨੂੰ ਲੈ ਕੇ ਦੇਸ਼ ਦੇ ਵਿੱਚ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ। ਲਗਾਤਾਰ ਹੀ ਸਰਕਾਰਾਂ ਇਹ ਅਪੀਲ ਕਰਦੀਆਂ ਨੇ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਮੋਹਾਲੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ। ਮੈਕਸ ਸੁਪਰ ਸਪੈਸ਼ਲਿਸਟ ਹਸਪੀਟਲ ਮੋਹਾਲੀ ਵੱਲੋਂ ਅੱਜ ਮੋਹਾਲੀ ਦੇ ਕਿਸਾਨਾਂ ਨੂੰ ਸੁਪਰ ਫੀਡ ਮਸ਼ੀਨਾਂ ਵੰਡੀਆਂ ਗਈਆਂ, ਜਿਸ ਦਾ ਮੇਨ ਮਕਸਦ ਸੀ ਵਾਤਾਵਰਣ ਨੂੰ ਬਚਾਓ, ਪਰਾਲੀ ਨੂੰ ਅੱਗ ਨਾ ਲਾਓ। ਇਸ ਪ੍ਰੋਗਰਾਮ ਦੇ ਵਿੱਚ ਮੋਹਾਲੀ ਦੇ ਐਮਐਲਏ ਸਰਦਾਰ ਕੁਲਵੰਤ ਸਿੰਘ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਕਿਸਾਨਾਂ ਨੂੰ ਮਸ਼ੀਨਾਂ ਵੰਡੀਆਂ ਤੇ ਨਾਲ ਹੀ ਉੱਥੇ ਪਹੁੰਚਣ ਵਾਲੇ ਲੋਕਾਂ ਨੂੰ ਵੀ ਵਧਾਈਆਂ ਦਿੱਤੀਆਂ। ਕੁਲਵੰਤ ਸਿੰਘ ਵੱਲੋਂ ਕਿਸਾਨਾਂ ਨੂੰ ਹਰੀ ਝੰਡੀ ਦਿੱਤੀ ਗਈ ਇਹਨਾਂ ਮਸ਼ੀਨਾਂ ਨੂੰ ਲੈ ਕੇ, ਤੇ ਨਾਲ ਹੀ ਉੱਥੋਂ ਦੇ ਹੋਰ ਮੈਂਬਰਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਕਿਸ ਤਰ੍ਹਾਂ ਇਹ ਮਸ਼ੀਨਾਂ ਵੰਡੀਆਂ ਗਈਆਂ ਤਾਂ ਉੱਥੋਂ ਦੇ ਡੀਸੀ ਨੇ ਕੀ ਕਿਹਾ, ਤੇ ਨਾਲ ਹੀ ਕਿ ਕਿਸ ਤਰ੍ਹਾਂ ਦੇਸ਼ ਦੇ ਵਿੱਚ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ। ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਮਸ਼ੀਨਾਂ ਵੰਡੀਆਂ ਗਈਆਂ ਨੇ, ਸੁਪਰ ਫੀਡ ਮਸ਼ੀਨਾਂ ਵੰਡੀਆਂ ਗਈਆਂ ਨੇ, ਜਿਸ ਦਾ ਮੇਨ ਮਕਸਦ ਸਿਰਫ ਇਹੀ ਹੈ ਕਿ ਵਾਤਾਵਰਣ ਨੂੰ ਬਚਾਉਣਾ ਤੇ ਪਰਾਲੀ ਨੂੰ ਅੱਗ ਨਾ ਲਾਉਣਾ, ਕਿਉਂਕਿ ਇਹਨਾਂ ਮਸ਼ੀਨਾਂ ਦੇ ਜ਼ਰੀਏ ਕਾਫੀ ਚੀਜ਼ਾਂ ਵਧੀਆ ਤਰੀਕੇ ਦੇ ਨਾਲ ਆਉਣਗੀਆਂ, ਨਾਲ ਹੀ ਕਿਸਾਨਾਂ ਨੂੰ ਵੀ ਇਸ ਦੇ ਨਾਲ ਬਹੁਤ ਫਾਇਦਾ ਹੋਵੇਗਾ। ਦੇਖੋ, ਡੀਸੀ ਸਾਹਿਬ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਕੋਸ਼ਿਸ਼ਾਂ ਸਦਕਾ ਮੈਕਸ ਹਸਪੀਟਲ ਨੇ ਆਪਣੇ CSR ਫੰਡ ਦੇ ਵਿੱਚੋਂ ਇਹ ਮਸ਼ੀਨਾਂ ਜਿਹੜੀਆਂ ਦਿੱਤੀਆਂ ਨੇ, ਟੋਟਲ 17 ਮਸ਼ੀਨਾਂ ਦੇਣੀਆਂ ਨੇ। ਇਹ ਤੋਂ 6 ਅੱਜ ਆ ਚੁੱਕੀਆਂ ਨੇ ਤੇ ਸਾਰੀਆਂ ਸੁਸਾਇਟੀਆਂ ਨੂੰ 6 ਦੀਆਂ 6 ਸੁਸਾਇਟੀਆਂ ਨੂੰ ਇਹ ਦੇ ਦਿੱਤੀਆਂ ਗਈਆਂ ਨੇ, ਤੇ ਬਾਕੀ ਜਿਹੜੀਆਂ 11 ਇੱਕ ਹਫ਼ਤੇ ਦੇ ਅੰਦਰ ਅੰਦਰ ਆ ਜਾਣਗੀਆਂ ਤੇ ਉਹਨਾਂ ਨੂੰ ਵੀ ਦੇ ਦਿੱਤੀਆਂ ਜਾਣਗੀਆਂ। ਇਹਦਾ ਇੱਕੋ ਇੱਕ ਮਕਸਦ ਆ ਸਾਰਿਆਂ ਦਾ ਵੀ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਾਉਣਾ ਤੇ ਜਿਹੜੀ ਆਪਣੀ ਮਿੱਟੀ ਆ ਇਹ ਆਪਾਂ ਬੰਜਰ ਹੋਣ ਤੋਂ ਬਚਾਉਣੀ ਆ। ਤਾਂ ਉਸੇ ਕੋਸ਼ਿਸ਼ਾਂ ਸਦਕਾ ਜੀ ਅੱਜ ਇਹ ਜਿਹੜੀ ਇੱਕ ਕਦਮ ਪੁੱਟਿਆ ਗਿਆ, ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੈਕਸ ਹਸਪੀਟਲ ਵਾਲਿਆਂ ਦਾ, ਤੇ ਨਾਲੇ ਜ਼ਿਲ੍ਹਾ ਪ੍ਰਸ਼ਾਸਨ ਵਾਲਿਆਂ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਹ ਕੋਸ਼ਿਸ਼ਾਂ ਸਦਕਾ ਇਹ ਕੰਮ ਕੀਤਾ। ਔਰ ਮੈਨੂੰ ਪੂਰਨ ਆਸ ਹੈ ਵੀ ਇਹ ਸਾਡਾ ਬੜਾ ਵੱਡਾ ਯੋਗਦਾਨ ਰਹੂਗਾ ਇਹਨਾਂ ਮਸ਼ੀਨਾਂ ਦਾ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ। ਜਿੱਦਾਂ ਪੰਜਾਬ ਸਰਕਾਰ ਲਗਾਤਾਰ ਹੀ ਕਿਸਾਨਾਂ ਵਾਸਤੇ ਕੋਈ ਨਾ ਕੋਈ ਕੰਮ ਕਰਦੀ ਰਹਿੰਦੀ ਹੈ, ਅੱਜ ਵੀ ਮਸ਼ੀਨਾਂ ਦਿੱਤੀਆਂ ਗਈਆਂ, ਉਹ 'ਤੇ ਕੀ ਕਹੋਗੇ ਵੀ ਪਰਾਲੀ ਜਿਹੜੀ ਪਹਿਲਾਂ ਲੋਕ ਸਾੜਦੇ ਸੀ ਹੁਣ ਘਟ ਰਹੀ ਹੈ? ਦੇਖੋ, ਪੰਜਾਬ ਸਰਕਾਰ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ, ਹਰ ਇੱਕ ਕਲਾਸ ਵਾਸਤੇ, ਇੰਡਸਟਰੀਲਿਸਟ ਵਾਸਤੇ, ਹਰ ਇੱਕ ਵਾਸਤੇ ਕੰਮ ਕਰ ਰਹੀ ਹੈ। ਪਰ ਕਿਉਂਕਿ ਕਿਸਾਨਾਂ ਦੀਆਂ ਸਮੱਸਿਆਵਾਂ ਬਹੁਤ ਨੇ, ਬੜੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ, ਇਹਨਾਂ ਦਾ ਖਾਸ ਧਿਆਨ ਦਿੱਤਾ ਜਾ ਰਿਹਾ ਵੀ ਤਾਂ ਕਿ ਕਿਸਾਨ ਆ ਜਿਹੜਾ ਉਹ ਸੁਖੀ ਰਹਿ ਸਕੇ, ਕਿਸਾਨ ਚੰਗੀ ਤਰ੍ਹਾਂ ਅੰਨ ਉਗਾ ਸਕੇ, ਤਾਂ ਕਿ ਅਸੀਂ ਸਾਰੇ ਜਣੇ ਆਪਣੇ ਘਰਾਂ 'ਚ ਬੈਠ ਕੇ ਅੰਨ ਖਾ ਸਕੀਏ, ਰੋਟੀ ਖਾ ਸਕੀਏ। ਸੋ ਇਸ ਕਰਕੇ ਉਸੇ ਤਹਿਤ ਅਸੀਂ ਇਹ ਸਾਰਾ ਜਿਹੜੇ ਉਪਰਾਲੇ ਨੇ ਅਸੀਂ ਕਰ ਰਹੇ ਹਾਂ, ਸਾਡੀ ਸਰਕਾਰ ਕਰ ਰਹੀ ਹੈ। ਦੇਸ਼ ਦੇ ਵਿੱਚ ਅੱਜ ਕੱਲ੍ਹ ਪ੍ਰਦੂਸ਼ਣ ਵੀ ਬਹੁਤ ਵੱਧ ਰਿਹਾ, ਉਹਦੇ 'ਤੇ ਕੀ ਕਹੋਗੇ ਵੀ ਮਤਲਬ ਤੁਸੀਂ ਜਿਹੜੀਆਂ ਮਸ਼ੀਨਾਂ ਅੱਜ ਇੱਥੇ ਦਿੱਤੀਆਂ ਗਈਆਂ ਉਹਨਾਂ ਦਾ ਕੀ ਮਕਸਦ ਰਹੂਗਾ? ਦੇਖੋ, ਇਹ ਮਸ਼ੀਨਾਂ ਦਾ ਮਕਸਦ ਇਹ ਆ ਬਈ ਪਰਾਲੀ ਸਾੜੀਆਂ ਜਾਵੇ, ਮਿੱਟੀ ਦੇ ਵਿੱਚ ਮਿਲਾਈ ਜਾਵੇ, ਤੇ ਉਹਦੇ ਨਾਲ ਪ੍ਰਦੂਸ਼ਣ ਜਿਹੜਾ ਖਤਮ ਹੋਊਗਾ। ਔਰ ਵਾਤਾਵਰਨ ਸਾਫ਼ ਕਰਨ ਲਈ ਹੋਰ ਵੀ ਬੜੀਆਂ ਵੱਡੀਆਂ ਸਕੀਮਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਫੈਕਟਰੀਆਂ ਦੇ ਵਿੱਚ ਨਵੀਂ ਟੈਕਨੋਲੋਜੀ ਦੇ ਨਾਲ ਜਿਹੜੀ ਇਕਵਿਪਮੈਂਟ ਲਗਾਏ ਜਾ ਰਹੇ ਨੇ ਤਾਂ ਕਿ ਜਿਹੜੀ ਇਹ ਵਾਤਾਵਰਨ ਹੈ ਇਹ ਸਾਫ਼ ਸੁਥਰਾ ਰਹਿ ਸਕੇ ਤੇ ਬਿਮਾਰੀਆਂ ਘੱਟ ਸਕਣ। ਸੋ ਸਰ, ਤੁਹਾਡੇ ਸਹਿਯੋਗ ਦੇ ਨਾਲ ਅੱਜ ਕਿਸਾਨਾਂ ਨੂੰ ਮਸ਼ੀਨਾਂ ਵੰਡੀਆਂ ਗਈਆਂ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਨਾੜ ਨੂੰ ਅੱਗ ਲਾਉਣ ਦਾ ਜਿਹੜਾ ਕੰਮ ਹੈ ਇਹ ਇੱਕ ਕਿਸਾਨ ਵਾਸਤੇ ਮਜਬੂਰੀ ਬਣ ਜਾਂਦਾ ਜਦੋਂ ਕਿ ਉਹਦੇ ਕੋਲ ਜੇ ਸੰਦ ਨਾ ਹੋਣ ਜਾਂ ਕੋਈ ਹੋਰ ਉਹਦੇ ਕੋਲ ਹੀਲਾ ਵਸੀਲਾ ਨਾ ਹੋਵੇ। ਖੇਤੀਬਾੜੀ ਜਿਹੜਾ ਸੌਖਾ ਕੰਮ ਨਹੀਂ ਹੈ, ਬਹੁਤ ਔਖਾ ਕੰਮ ਹੈ। ਇਹ ਮੀਂਹ ਝੜ ਹਰ ਤਰ੍ਹਾਂ ਦਾ ਰਿਸਕ ਇਨਵੋਲਵਡ ਹੈ, ਅਤੇ ਜਿਹੜਾ ਬਹੁਤ ਹੀ ਉਹਦੇ ਵਿੱਚ ਮਾਰਜਨ ਜਿਹੜਾ ਬੜਾ ਲਿਮਟਿਡ ਹੁੰਦਾ ਹੈ। ਕੋਈ ਵੀ ਐਕਟੀਵਿਟੀ ਕਰਨੀ ਹੈ, ਇਕਨੋਮਿਕ ਐਕਟੀਵਿਟੀ, ਉਹਦਾ ਖਰਚਾ ਹੈ, ਅਤੇ ਸਾਡੀ ਅੱਜ ਦੀ ਕੋਸ਼ਿਸ਼ ਇਹੀ ਹੈ ਕਿ ਉਸ ਖਰਚੇ ਨੂੰ ਅਸੀਂ ਕਿੱਦਾਂ ਮਿਟੀਗੇਟ ਕਰ ਸਕਦੇ ਹਾਂ ਜਾਂ ਘਟਾ ਸਕਦੇ ਹਾਂ। ਸੋ ਆਹ ਮਸ਼ੀਨਾਂ ਅਸੀਂ ਸੁਸਾਇਟੀਆਂ ਨੂੰ, ਜਿਵੇਂ ਸਾਡੇ ਕੋਲ CSR ਫੰਡ ਅਵੇਲੇਬਲ ਸੀਗਾ, ਕਾਰਪੋਰੇਟ ਇਨਵਾਇਰਮੈਂਟ ਰਿਸਪੌਂਸਿਬਿਲਟੀ, ਮੈਕਸ ਹਸਪੀਟਲ ਵਾਲਿਆਂ ਦੀ ਇਹਨਾਂ ਦੀ ਓਬਲੀਗੇਸ਼ਨ ਹੈ। ਸੋ ਇਹਨਾਂ ਦਾ ਸੀਗਾ ਵੀ ਅਸੀਂ ਕਿਸ ਪਾਸੇ ਲਾਈਏ ਕਿ ਜਿਹੜਾ ਇਸ ਫੰਡ ਨੂੰ ਕਾਰਪੋਰੇਟ ਇਨਵਾਇਰਮੈਂਟ ਦਾ ਫਿਰ ਸਭ ਤੋਂ ਪਹਿਲਾ ਨਾਮ ਤਾਂ ਇਹੀ ਆਉਂਦਾ ਵੀ ਅਸੀਂ ਕਿੱਦਾਂ ਸਟਬਲ ਬਰਨਿੰਗ ਨੂੰ ਕਿੱਦਾਂ ਘਟਾ ਸਕਦੇ ਹਾਂ, ਰੋਕ ਸਕਦੇ ਹਾਂ। ਸੋ ਇਕੱਲਾ ਇਹ ਨਹੀਂ ਕਿ IEC ਕਰੀ ਜਾਈਏ, ਅਸੀਂ ਮੂੰਹ ਜਵਾਨੀ ਕਰੀ ਜਾਈਏ ਕਿ ਵੀ ਤੁਸੀਂ ਨਾ ਲਾਓ ਜੀ ਨਾ ਲਾਓ, ਬਟ ਕੁਛ ਐਕਸ਼ਨ ਵੀ ਕਰੀਏ। ਤਾਂ ਉਸ ਦੇ ਵਿੱਚ ਉਪਰਾਲਾ ਅਸੀਂ ਇਹ ਕੀਤਾ ਕਿ ਵੀ ਜਿਹੜੀਆਂ ਕਾਰਪੋਰੇਟ ਫੰਡ ਹੈ ਇਨਵਾਇਰਮੈਂਟ ਰਿਸਪੌਂਸਿਬਿਲਿਟੀ, ਉਹਦੇ ਵਿੱਚ ਅਸੀਂ ਕਿਸਾਨੀ ਵਾਸਤੇ ਸੰਦ ਪ੍ਰੋਵਾਈਡ ਕਰ ਸਕੀਏ ਤਾਂ ਕਿ ਛੋਟੇ ਕਿਸਾਨ ਜਿਹੜੇ ਆਪ ਮਸ਼ੀਨ ਨਹੀਂ ਲੈ ਸਕਦੇ ਉਹ ਕੋਆਪਰੇਟਿਵ ਸੁਸਾਇਟੀਆਂ ਤੋਂ ਪਹਿਲ ਦੇ ਆਧਾਰ 'ਤੇ ਮਸ਼ੀਨਰੀ ਲੈ ਕੇ ਆਪਦੇ
ਖੇਤਾਂ ਨੂੰ ਵਾਹ ਸਕਦੇ ਆ, ਨਾੜ ਨੂੰ ਉਹਦੇ ਵਿੱਚ ਹੀ ਆਪਣੇ ਵਾਹ ਲੈਣਗੇ ਤੇ ਉਹਦੇ ਨਾਲ ਉਹਦੀ ਆਪ ਦੀ ਜ਼ਮੀਨ ਦੀ ਵੀ ਬਚਤ ਹੈ, এনवायरमेंट ਦੀ ਬਚਤ ਹੈ, ਸਾਡੀ ਸਾਰਿਆਂ ਦੀ ਬਚਤ ਹੈ ਜੀ। ਸੋ ਸਰ ਜਦੋਂ ਤੁਸੀਂ ਮਸ਼ੀਨਾਂ ਵੰਡੀਆਂ ਦਾ ਕੀ ਪ੍ਰੋਸੈਸ ਹੋਊਗਾ, ਕਿਸ ਤਰ੍ਹਾਂ ਮਤਲਬ ਇਹ ਮਸ਼ੀਨਾਂ ਪ੍ਰੋਵਾਈਡ ਲੈ ਸਕਦੇ ਆ ਕਿਸਾਨ? ਨਹੀਂ, ਇਹ ਦੇਖੋ ਜਿਹੜੀ ਇਹ ਵਾਲਾ ਜਿਹੜਾ ਅੱਜ ਦਾ ਉਪਰਾਲਾ ਹੈਗਾ, ਇੱਕ ਪਹਿਲੀ ਗੱਲ ਤਾਂ ਇਹ ਕਾਰਪੋਰੇਟ এনवायरमेंट ਰਿਸਪੌਂਸਿਬਿਲਟੀ ਮੈਂ ਜਿਵੇਂ ਕਿਹਾ ਮੈਕਸ ਦੇ ਵੱਲੋਂ ਮਸ਼ੀਨਾਂ ਨੇ ਇਹ ਯੂਜ਼ ਦੇ ਪਰਪਸ ਵਾਸਤੇ ਦਿੱਤੀਆਂ ਗਈਆਂ। ਯੂਜ਼ ਦਾ ਪਰਪਸ ਇਹ ਕਿ ਇਹਨਾਂ ਨੂੰ ਦੇ ਦਿੱਤੀਆਂ ਤੇ ਜਿੱਥੇ ਜਿੱਥੇ ਸਾਡੇ ਪਿਛਲੀ ਵਾਰੀ ਪ੍ਰੋਬਲਮ ਸੀਗੀ ਅੱਗ ਲੱਗਣ ਦੀ, ਉਹਨਾਂ ਏਰੀਆ ਦੇ ਵਿੱਚ ਜਿਹੜੀਆਂ ਸੁਸਾਇਟੀਆਂ ਨੇ ਕੋਆਪਰੇਟਿਵ ਸੁਸਾਇਟੀ ਨੂੰ ਦਿੱਤੀਆਂ, ਇੰਡੀਵਿਜੂਅਲ ਵਾਸਤੇ ਨਹੀਂ ਦਿੱਤੀਆਂ। ਕੋਆਪਰੇਟਿਵ ਸੁਸਾਇਟੀਆਂ ਨੇ ਮੈਂਬਰ ਨੇ ਉਹਨਾਂ ਦੇ, ਤੇ ਕਿਸਾਨ ਵੀਰ ਜਿਹੜੇ ਆਪਣੀ ਕੋਆਪਰੇਟਿਵ ਸੁਸਾਇਟੀ ਤੋਂ ਜਿਹੜਾ ਮਿਨੀਮਮ ਨੋ ਪ੍ਰੋਫਿਟ ਨੋ ਲਾਸ ਬੇਸਿਸ ਤੇ ਮਸ਼ੀਨਾਂ ਯੂਜ਼ ਕਰ ਸਕਦੇ ਨੇ ਕੋਆਪਰੇਟਿਵ ਸੁਸਾਇਟੀਆਂ ਦੇ ਰਾਹੀਂ। ਸਿੱਧੇ ਤਾਂ ਨਹੀਂ ਅਸੀਂ ਕਰ ਸਕਦੇ ਇੰਡੀਵਿਜੂਅਲ ਨੂੰ ਕਿਸੇ ਨੂੰ ਇਸ ਤਰ੍ਹਾਂ, ਤੇ ਕੋਆਪਰੇਟਿਵ ਸੁਸਾਇਟੀ ਹੈ। ਜੇ ਕੋਆਪਰੇਟਿਵ ਸੁਸਾਇਟੀ ਉਹਦਾ ਅੱਛਾ ਯੂਜ਼ ਕਰੇਗੀ ਮਸ਼ੀਨ ਦਾ ਤਾਂ ਉਹ ਕੰਟੀਨਿਊ ਕਰੇਗੀ ਯੂਜ਼, ਜੇ ਨਹੀਂ ਕਰੇਗੀ ਤਾਂ ਕਿਸੇ ਦੂਸਰੀ ਕੋਆਪਰੇਟਿਵ ਸੁਸਾਇਟੀ ਨੂੰ ਦੇ ਸਕਦੇ ਹਾਂ ਜੀ। ਥੈਂਕ ਯੂ ਸੋ ਮਚ ਸਰ। ਸੋ ਸਰ ਮੈਕਸ ਹਸਪੀਟਲ ਦੇ ਥਰੂ ਜਿਹੜੀਆਂ ਮਤਲਬ ਮਸ਼ੀਨਾਂ ਦਿੱਤੀਆਂ ਜਾ ਰਹੀਆਂ, ਕੀ ਕਹਿਣਾ ਚਾਹੋਗੇ? ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਹ ਸਹਿਯੋਗ ਜਿਹੜਾ ਆਉਣਾ ਚਾਹੀਦਾ? सो हमारी कॉर्पोरेट रिस्पॉन्सिबिलिटी है और डीसी साहब से मीटिंग हुई कि हम सिटी के लिए डिस्ट्रिक्ट के लिए क्या कर सकते हैं। सो जो इशू है वो क्रॉप बर्निंग का है, मीन्स एवरी अक्टूबर से ये शुरू हो जाता है टिल दिल्ली तक इशू रहता है। सो वी वांट कि भी अगर हम स्टेट के अंदर हेल्थ केयर प्रोवाइड कर रहे हैं तो इसके साथ जो सबसे बड़ा इशू है बर्निंग का उसके ऊपर हम फोकस करें। एंड हमने कुछ अपने बजट्स निकाले और सर के साथ डिस्कशन के साथ डीसी साहब के साथ वी कम अक्रॉस कि एक ये इनिशिएटिव है, इसको लिया जाए। सो वी स्पॉन्सर्ड 17 मशीन्स टू बी यूज इन स्टेट टू मेक आवर स्टेट एंड डिस्ट्रिक्ट दिस स्टेबल फ्री। और ये जलने के बाद जो क्रॉप रेजिड्यूल रह जाता है, दैट वाज आवर इनिशिएटिव। जैसे आपके पास हॉस्पिटल में भी मतलब ऐसे इश्यूज आते होंगे ना, मतलब कि पोल्यूशन ज़्यादा हो रहा है उसकी वजह से ये प्रॉब्लम्स आ रही? सो हेल्थ पे तो है ही, मीन्स अगर हम फ्यूचर को लेके चलें 2030 तक एवरी कंट्री आज की डेट के अंदर एफर्ट्स ले रही है कि इन्वायरमेंट को सेव किया जाए। जो वर्ल्ड के G17 कंट्रीज़ हैं वो भी इनिशिएट ले रही हैं, तो हम इंडिया भी एक इनिशिएट लेना चाहता है कि भाई हम करें। और हमारी स्टेट के अंदर अगर ये इंसिडेंट्स हो रहे हैं सो आवर स्टेट इज़ अ फर्स्ट, मैं मीन्स और स्टेट यूपी में भी होता है, हरियाणा में भी होता है, तो वी शुड फोकस हेयर। एंड एज ए हेल्थ केयर ब्रांड वी आर दी लार्जेस्ट हेल्थ केयर ब्रांड, और उसके अंदर हमारा ये एफर्ट्स बनता है कि हम पब्लिक के लिए कुछ करें, और उसी एफर्ट्स के अंदर ये किया हमने। ਜਦੋਂ ਇਸ ਨੂੰ ਲੈ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਕਿਸਾਨਾਂ ਨੇ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਤਾਂ ਤੁਸੀਂ ਵੀ ਸੁਣੋ ਕਿਸ ਤਰ੍ਹਾਂ ਕਿਸਾਨਾਂ ਨੇ ਕਿਹਾ ਕਿ ਇਹਨਾਂ ਮਸ਼ੀਨਾਂ ਦੇ ਨਾਲ ਉਹਨਾਂ ਨੂੰ ਕੀ ਫਾਇਦਾ ਹੋਵੇਗਾ। ਸਰ ਤੁਹਾਨੂੰ ਅੱਜ ਇਹ ਮਸ਼ੀਨ ਮਿਲੀ ਆ, ਕੀ ਕਹਿਣਾ ਚਾਹੋਗੇ? ਕਿਸਾਨਾਂ ਵਾਸਤੇ ਇੱਕ ਬਹੁਤ ਵੱਡਾ ਯੋਗਦਾਨ ਆ। ਮੈਮ ਇਹ ਬਹੁਤ ਵੱਡਾ ਉਪਰਾਲਾ ਹੈ MLA ਸਾਹਿਬ ਦਾ, DC ਸਾਹਿਬ ਦਾ, ਮੈਕਸ ਹਸਪੀਟਲ ਦਾ। ਇਹਦੇ ਨਾਲ ਹਜ਼ਾਰਾਂ ਏਕੜ ਜਿਹੜੀ ਫਸਲ ਆ ਦੀ ਰਹਿੰਦ ਖੂੰਹਦ ਆ ਉਹ ਫੂਕ ਹੋਣ ਤੋਂ ਬਚਾਅ ਹੋ ਜਾਊਗਾ ਉਹਦਾ। ਜੇ ਫਸਲ ਨਾ ਫੂਕ ਹੋਈ ਤੇ ਪੋਲਿਊਸ਼ਨ ਪਹਿਲਾਂ ਹੀ ਬਹੁਤ ਆ ਏਅਰ 'ਚ, ਤੇ ਉਹ ਪੋਲਿਊਸ਼ਨ ਹੈ ਜਿਹੜਾ ਅਸੀਂ ਕੁਛ ਨਾ ਕੁਛ ਹੱਦ ਤੱਕ ਰੋਕਥਾਮ ਹੋ ਜਾਊਗੀ। ਇਸੇ ਤਰ੍ਹਾਂ ਜੇ ਹੋਰ ਉਪਰਾਲੇ ਕਰਕੇ ਹੋਰ ਵੀ ਬਹੁਤ ਕੰਪਨੀਆਂ ਮੋਹਾਲੀ ਜ਼ਿਲ੍ਹੇ 'ਚ ਜਿਹੜੀਆਂ ਬਹੁਤ ਵੱਡੀਆਂ ਜੋ ਵੀ ਹੈ ਜੇ ਯੋਗਦਾਨ ਪਾਉਣ ਤਾਂ ਹੋ ਸਕਦਾ ਪੂਰਾ ਪੰਜਾਬ ਕਿਆ ਪੂਰਾ ਭਾਰਤ ਪੋਲਿਊਸ਼ਨ ਰਹਿਤ ਹੋ ਸਕਦਾ ਇਹੋ ਜਿਹੇ ਉਪਰਾਲਿਆਂ ਨਾਲ। ਕਿਉਂਕਿ ਕਿਸਾਨ ਦੀ ਹੈਸੀਅਤ ਨਹੀਂ ਕਿ ਐਡੀ ਵੱਡੀ ਮਸ਼ੀਨ ਕੱਲਾ ਕਿਸਾਨ 2.5-3 ਲੱਖ ਰੁਪਏ ਦੀ ਖਰੀਦ ਸਕੇ। ਕਿਸਾਨ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। 2 ਫਸਲਾਂ ਦਾ ਉਹਨੂੰ ਪਹਿਲਾਂ ਕਣਕ ਨੂੰ ਬਿਮਾਰੀ ਪਈ, ਉਹ ਤੋਂ ਉੱਭਰ ਨਹੀਂ ਸੀ ਪਾਇਆ ਕਿ ਜੀਰੀ ਦਾ ਵਾਇਰਸ ਆ ਗਿਆ, ਤੇ ਉਹ ਤੋਂ ਉੱਭਰ ਨਹੀਂ ਸੀ ਪਾਇਆ ਕਿ ਗੈਂ 'ਤੇ ਬਿਮਾਰੀ ਆ ਗਈ। ਉਹ ਚਾਰੇ ਪਾਸੇ ਤੋਂ ਇੰਨਾ ਕਮਜ਼ੋਰ ਹੋ ਚੁੱਕਿਆ ਹੈ ਕਿ ਕਿਸਾਨ ਦੀ ਜਿੰਨੀ ਵੀ ਮਦਦ ਹੋ ਸਕੇ ਉਹ ਘੱਟ ਆ, ਪ੍ਰਸ਼ਾਸਨ ਵੱਲੋਂ ਵੀ ਤੇ ਹੋਰ ਕਾਰਪੋਰੇਟ ਅਦਾਰਿਆਂ ਵੱਲੋਂ ਵੀ। ਸੋ ਸਰ ਅੱਜ ਜਿਹੜੀ ਇਹ ਮਸ਼ੀਨ ਮਿਲੀ ਆ ਤੁਹਾਨੂੰ ਨਾ, ਇਹਦਾ ਕੀ ਫਾਇਦਾ ਹੋਊਗਾ? ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਯੂਜ਼ ਕਰੋਗੇ? ਮੈਮ ਇਹ ਫਸਲ ਵੱਢਣ ਤੋਂ ਤੁਰੰਤ ਬਾਅਦ ਉਹਨੂੰ ਦੀ ਵਾਹੀ ਕਰਨ ਦੀ ਲੋੜ ਨਹੀਂ ਹੈ। ਇਹ ਸੁਪਰ ਸੀਡਰ ਇਹਦੇ ਨਾਲ ਡਾਇਰੈਕਟ ਬਿਜਾਈ ਹੋ ਜਾਂਦੀ ਹੈ ਤੇ ਫਸਲ ਦਾ ਝਾੜ ਵੀ ਵਧੀਆ ਹੁੰਦਾ, ਕਿਉਂ ਜਿਹੜੀ ਰਹਿੰਦ ਖੂੰਹਦ ਆ ਉਹਦਾ ਥੱਲੇ ਉਹ ਬਣ ਜਾਂਦੀ ਹੈ, ਖਾਦ ਬਣ ਜਾਂਦੀ ਹੈ। ਉਹਦਾ ਬਹੁਤ ਧੰਨਵਾਦ ਕਰਦਾ ਜੋ ਕਿ ਸਾਡੇ ਜ਼ਿਮੀਂਦਾਰਾਂ ਦੀ ਹੈਲਪ ਕਰ ਰਹੇ ਹੈ, ਸਾਨੂੰ ਚੰਗੇ ਸੰਦ ਮੁਹੱਈਆ ਕਰਾ ਰਹੇ ਹੈ ਤਾਂ ਜੋ ਸਾਡਾ ਖਰਚਾ ਬਚ ਸਕੇ, ਅਸੀਂ ਕਿ ਇਹਨਾਂ ਸੁਪਰ ਸੀਟਰਾਂ ਨਾਲ ਸਿੱਧੀ ਬਿਜਾਈ ਕਰ ਸਕੀਏ, ਪਰਾਲੀ ਦਾ ਖਾਤਮਾ ਕਰ ਸਕੀਏ। ਜਿੱਦਾਂ
ਤਾਂ ਪੰਜਾਬ ਸਰਕਾਰ ਲਗਾਤਾਰ ਹੀ ਕਿਸਾਨਾਂ ਵਾਸਤੇ ਕੁਝ ਨਾ ਕੁਝ ਉਪਰਾਲੇ ਕਰ ਰਹੀ ਹੈ। ਅੱਜ ਵੀ ਉਪਰਾਲਾ ਕੀਤਾ ਗਿਆ। ਤਾਂ ਜਦੋਂ ਲਗਾਤਾਰ ਪਹਿਲਾਂ ਦੇਖਦੇ ਸੀ ਵੀ ਪਰਾਲੀ ਨੂੰ ਅੱਗ ਲਾਈ ਜਾਂਦੀ ਆ ਤੇ ਹੁਣ ਦੀ ਗੱਲ ਕਰੀਏ, ਇਹ ਮਸ਼ੀਨ ਦਾ ਕੀ ਫਾਇਦਾ ਹੋਊਗਾ? ਇਹ ਮਸ਼ੀਨ ਦਾ ਇਹ ਫਾਇਦਾ ਹੋਊਗਾ ਜੀ, ਅਸੀਂ ਪ੍ਰਦੂਸ਼ਣ ਤੋਂ ਬਚਾਂਗੇ, ਸਾਨੂੰ ਵਾਹੀ ਬਚੂਗੀ, ਸਾਡਾ ਖਰਚਾ ਬਚ ਜੂਗਾ, ਜ਼ਿਮੀਂਦਾਰ ਸੌਖਾ ਹੋ ਜੂਗਾ। ਇਸ ਕਰਕੇ ਇਹਦੇ ਬੈਨੀਫਿਟ ਵੱਧਦੇ ਤੋਂ ਵੱਧਦੇ ਆ। ਸੁਪਰ ਫੀਡ ਮਸ਼ੀਨਾਂ ਮੈਨੂਫੈਕਚਰ ਕਰਨ ਵਾਲੀ ਸਟੀਲ ਬॉय ਕੰਪਨੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਕਸ ਹਸਪੀਟਲ ਦੇ ਜ਼ਰੀਏ ਅੱਜ ਉਹਨਾਂ ਦੇ ਜਿਹੜੀਆਂ ਮਸ਼ੀਨਾਂ ਨੇ ਉਹ ਕਿਸਾਨਾਂ ਤੱਕ ਪਹੁੰਚੀਆਂ ਨੇ ਤੇ ਲਗਾਤਾਰ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਹਸਪੀਟਲ ਵੱਲੋਂ ਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕਿ ਕਿਸ ਤਰ੍ਹਾਂ ਕਿਸਾਨ ਜਿਹੜੇ ਇਹਨਾਂ ਮਸ਼ੀਨਾਂ ਦੇ ਨਾਲ ਆਪਣਾ ਕੰਮ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਨੇ। ਤਾਂ ਕੀ ਕਹਿਣਾ ਹੈ ਉਹਨਾਂ ਦਾ ਤੁਹਾਨੂੰ ਵੀ ਸੁਣਾਉਂਦੇ ਹਾਂ। ਸੋ ਜਿਨ੍ਹਾਂ ਨੇ ਮਸ਼ੀਨਾਂ ਮੈਨੂਫੈਕਚਰ ਕੀਤੀਆਂ ਨੇ ਸਟੀਲ ਬॉय ਕੰਪਨੀ ਦੇ ਮੈਂਬਰਸ ਉਹ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਜਾਣਦੇ ਆ। ਸਰ ਕੀ ਕਹਿਣਾ ਚਾਹੋਗੇ ਤੁਹਾਡੀ ਕੰਪਨੀ ਦੇ ਜਿਹੜੀਆਂ ਮਸ਼ੀਨਾਂ ਅੱਜ ਕਿਸਾਨਾਂ ਨੂੰ ਵੰਡੀਆਂ ਗਈਆਂ? ਸਤਿ ਸ਼੍ਰੀ ਅਕਾਲ ਜੀ। ਹਮਾਰੀ ਕੰਪਨੀ ਸਟੀਲ ਬॉय ਡੇਰਾ ਬਸੀਚ ਹੈਗੀ ਹੈ ਤੇ ਅਸੀਂ 2 ਸਾਲਾਂ ਤੋਂ ਇਸ इंडस्ट्री ਚ ਹੈਗੇ ने और हम ये मशीन्स मैक्स के साथ मिलके हमने सप्लाई किया जी। ऑर्डर मैक्स ने दिया था हमें, बट वी आर वेरी ऑब्लाइज्ड कि हमें मौका मिला कि हम एक पंजाब गवर्नमेंट के साथ खड़े होके कोई सपोर्टिंग हैंड बन पाए जी। एंड हमारी तरफ से जो भी सपोर्ट फार्मर को आफ्टर सर्विस होगा हम प्रोवाइड करेंगे जी, वो वी आर ऑलवेज रेडी फॉर दैट। एंड जो हमारे को आगे कोई भी सपोर्ट के लिए कोई भी फार्मर खड़ा होता है हम उनके हमेशा खड़े हैं जी। हमारे पास मैन्युफैक्चरिंग फैसिलिटी जो है उसमें हम रोटावेटर्स, अपना सुपर सीडर्स, लेज़र लेवल सभी मशीनें बनाते हैं जो खेती बाड़ी में हमारे ये सब जो हमारे जो वेस्टेज है या जो भी रेजिडुअल्स है उस सारी फैसिलिटीज़ हम सपोर्ट करते हैं उसमें। सो वी आर ऑलवेज रेडी विद द गवर्नमेंट, वी आर ऑलवेज स्टैंड विद एनी काइंड ऑफ दिस CSR एक्टिविटी विद एनीवन। थैंक यू सो मच जी। थैंक यू सो